Hello students, here is Ramandeep Kaur and welcome you all on my YouTube channel Education Booster। ਇਹ ਆਪਣਾ ਫੋਰਥ ਪਾਰਟ ਹੈ ਜੀ ਵਨ ਵਰਡ ਸਬਸਟੀਟਿਊਸ਼ਨ ਦਾ। ਇਸ ਤੋਂ ਪਹਿਲਾਂ 3 ਪਾਰਟ ਅਪਲੋਡ ਹੋ ਚੁੱਕੇ ਆ ਚੈਨਲ ਦੇ ਉੱਤੇ, ਉਹ ਤੁਸੀਂ ਦੇਖ ਲਿਓ। ਐਂਡ ਆਪਣੀ ਸਟੈਟਿਕ ਜੀਕੇ ਦੀ ਵੋਕੈਬ ਦੀ ਇੰਗਲਿਸ਼ ਦੀ ਸੀਰੀਜ਼ ਚੱਲ ਰਹੀ ਹੈ ਐਂਡ ਰੀਜ਼ਨਿੰਗ ਦੀ ਵੀ। ਜਿਨ੍ਹਾਂ ਨੇ ਉਹ ਵੀਡੀਓਜ਼ ਨੂੰ ਚੈੱਕਆਊਟ ਨਹੀਂ ਕੀਤਾ, ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਰੇ ਲਿੰਕ ਮਿਲ ਜਾਣਗੇ। ਅਤੇ ਟੈਲੀਗ੍ਰਾਮ ਗਰੁੱਪ ਹੈ ਆਪਣਾ, ਉਹ ਵੀ ਜੁਆਇਨ ਕਰ ਲਓ ਤੁਸੀਂ। ਅਦਰਵਾਈਜ਼ ਤੁਸੀਂ ਸਿੱਧਾ ਟੈਲੀਗ੍ਰਾਮ ਐਪਲੀਕੇਸ਼ਨ ਡਾਊਨਲੋਡ ਕਰਕੇ ਉਹਦੇ ਉੱਤੇ ਡਾਇਰੈਕਟਲੀ ਵੀ ਸਰਚ ਕਰ ਸਕਦੇ ਹੋ ਐਜੂਕੇਸ਼ਨ ਬੂਸਟਰ ਲਿਖ ਕੇ। ਚੈਨਲ ਦਾ ਲੋਗੋ ਤੁਹਾਨੂੰ ਮਿਲ ਜੂਗਾ ਤੇ ਉਹ ਚੈਨਲ ਨੂੰ ਜੁਆਇਨ ਕਰ ਲਿਓ। ਤੇ ਡਿਸਕਸ਼ਨ ਗਰੁੱਪ ਵੀ ਤੁਸੀਂ ਡਿਸਕ੍ਰਿਪਸ਼ਨ 'ਚੋਂ ਲਿੰਕ ਲੈ ਕੇ ਉੱਥੋਂ ਜੁਆਇਨ ਕਰ ਸਕਦੇ ਹੋ। ਚਲੋ ਜੀ ਸਟਾਰਟ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ। ਹਾਂਜੀ, ਆਪਣਾ ਅੱਜ ਦਾ ਫਸਟ ਵਰਡ ਹੈ ਫੋਨਾ। ਦੇਖੋ ਫੋਨਾ ਤੇ ਫਲੋਰਾ ਵਰਡ ਨਾ ਇਕੱਠੇ ਜਿਹੇ ਯੂਜ਼ ਹੁੰਦੇ ਨੇ ਜਦੋਂ ਵੀ ਹੁੰਦੇ ਆ। ਫੋਨਾ ਦਾ ਮਤਲਬ ਤਾਂ ਹੁੰਦਾ ਹੈਗਾ ਨਾ ਕਿਸੇ ਪਰਟੀਕੂਲਰ ਰੀਜ਼ਨ ਦੇ ਵਿੱਚ ਪਾਏ ਜਾਣ ਵਾਲੇ ਐਨੀਮਲਸ ਤੋਂ। ਦ ਐਨੀਮਲਸ ਆਫ ਅ ਪਰਟੀਕੂਲਰ ਰੀਜ਼ਨ, ਵੀ ਜਿਵੇਂ ਆਪਾਂ ਕਹਿੰਦੇ ਵੀ ਆਹ ਪ੍ਰਜਾਤੀ ਐਨੀਮਲਸ ਦੀ ਇਸੇ ਰੀਜ਼ਨ ਦੇ ਵਿੱਚ ਪਾਈ ਜਾਂਦੀ ਹੈ, ਉਹਦੇ ਲਈ ਆਪਾਂ ਫੋਨਾ ਵਰਡ ਵਰਤਦੇ ਹਾਂ। ਅਤੇ ਫਲੋਰਾ ਹੁੰਦਾ ਫਲਾਵਰਸ ਲਈ, ਵੀ ਪਰਟੀਕੂਲਰ ਰੀਜ਼ਨ ਦੇ ਵਿੱਚ ਜਿਹੜੇ ਫਲਾਵਰਸ ਦੀ ਪ੍ਰਜਾਤੀ ਪਾਈ ਜਾਂਦੀ ਹੈ। ਹੁਣ ਜਦੋਂ ਵੀ ਨਾ ਇਹ ਕਈ ਵਾਰ ਵਰਡ ਦੋਨੋਂ ਇਕੱਠੇ ਆ ਜਾਂਦੇ ਨੇ, ਫੋਨਾ ਅਤੇ ਫਲੋਰਾ। ਹੁਣ ਤੁਹਾਨੂੰ ਕਿਵੇਂ ਪਤਾ ਲੱਗੂਗਾ? ਮਤਲਬ ਕਈ ਵਾਰ ਨਾ ਯਾਦ ਵੀ ਆਪਾਂ ਨੂੰ ਦੋਨਾਂ ਦਾ ਹੁੰਦਾ ਵੀ ਇੱਕ ਦਾ ਮਤਲਬ ਫਲਾਵਰਸ ਤੋਂ ਹੈ ਅਤੇ ਇੱਕ ਦਾ ਮਤਲਬ ਐਨੀਮਲਸ ਤੋਂ ਹੈ, ਪਰ ਇਹ ਔਨ ਦੀ ਸਪੌਟ ਨਹੀਂ ਧਿਆਨ 'ਚ ਰਹਿੰਦਾ ਵੀ ਕਿਹਦਾ ਮਤਲਬ ਕੀ ਸੀ। ਹੁਣ ਤੁਸੀਂ ਉਹਨੂੰ ਇੱਕ ਸੌਖਾ ਤਰੀਕਾ ਦੱਸਦੀ ਯਾਦ ਰੱਖਣ ਦਾ। ਦੇਖੋ ਫਲੋਰਾ ਦੇ ਵਿੱਚ ਦੇਖੋ ਤੁਸੀਂ ਫਲੋਰ ਬਣ ਰਿਹਾ ਨਾ, ਫਲੋਰ ਤੋਂ ਫਲਾਵਰ ਯਾਦ ਰੱਖੀਏ ਤੁਸੀਂ ਵੀ ਇਹ ਫਲਾਵਰਸ ਨਾਲ ਹੈ, ਅਤੇ ਦੂਜਾ ਫਿਰ ਆਪੇ ਆਪ ਐਨੀਮਲਸ ਦੇ ਰਿਲੇਟਡ ਹੋ ਗਿਆ। ਨੈਕਸਟ ਵਰਡ ਹੈ ਜੀ ਫ੍ਰੇਗਾਈਲ। ਫ੍ਰੇਗਾਈਲ ਦਾ ਕੀ ਮਤਲਬ ਹੁੰਦਾ ਹੈਗਾ? ਉਹ ਚੀਜ਼ ਜਿਹੜੀ ਈਜ਼ੀਲੀ ਟੁੱਟ ਸਕੇ, ਮਤਲਬ ਜਿਹੜੀ ਮਤਲਬ ਨਾਜ਼ੁਕ ਜੀ ਚੀਜ਼ ਕੋਈ ਵੀ ਜਿਹਨੂੰ ਆਸਾਨੀ ਨਾਲ ਤੋੜਿਆ ਜਾ ਸਕੇ, ਉਹਦੇ ਲਈ ਆਪਾਂ ਵਰਡ ਫ੍ਰੇਗਾਈਲ ਯੂਜ਼ ਕਰਦੇ ਹਾਂ। ਠੀਕ ਹੈ। ਨੈਕਸਟ ਹੈ ਗ੍ਰੀਗੇਰੀਅਸ। ਗ੍ਰੀਗੇਰੀਅਸ ਵਰਡ ਹੁੰਦਾ, ਇਹਦਾ ਮਤਲਬ ਹੁੰਦਾ ਮਿਲ ਜੁਲ ਕੇ ਰਹਿਣ ਵਾਲਾ, ਉਹਨੂੰ ਕਹਿ ਦਿੰਦੇ ਆਪਾਂ। ਇਹ ਵਰਡ ਆਪਾਂ ਐਨੀਮਲਸ ਲਈ ਵੀ ਵਰਤ ਲੈਂਦੇ ਹਾਂ ਜਿਹੜੇ ਝੁੰਡ ਦੇ ਵਿੱਚ ਰਹਿੰਦੇ ਨੇ, ਇਕੱਠ ਦੇ ਵਿੱਚ। ਅਤੇ ਇਹ ਹਿਊਮਨ ਬੀਂਗ ਲਈ ਵੀ ਵਰਤਿਆ ਜਾਂਦਾ ਜਿਹੜਾ ਘੁਲਣ ਮਿਲਣ ਵਾਲਾ ਹੋਵੇ ਪਰਸਨ। ਠੀਕ ਹੈ। ਜਿਵੇਂ ਜਿਹੜੇ ਆਲਸ ਕਰਦੇ ਸਟੂਡੈਂਟਸ ਉਹ ਯੂਜ਼ ਕਰ ਸਕਦੇ ਨੇ ਇਸ ਪਰਸਨ ਨੂੰ ਐਮੀਏਬਲ, ਐਮੀਕੇਬਲ, ਫਰੈਂਡਲੀ ਦੀ ਜਗ੍ਹਾ 'ਤੇ ਵੀ ਆਪਾਂ ਕਹਿ ਸਕਦੇ ਹਾਂ ਹੀ ਔਰ ਸ਼ੀ ਇਜ਼ ਵੈਰੀ ਗ੍ਰੀਗੇਰੀਅਸ ਬਾਈ ਨੇਚਰ, ਮਤਲਬ ਵੀ ਮਿਲਣਸਾਰ ਹੈ ਉਹ ਪਰਸਨ। ਗ੍ਰੀਗੇਰੀਅਸ ਦਾ ਮਤਲਬ ਕਿ ਐਨੀਮਲ ਵਿਚ ਲਿਵਸ ਇਨ ਫਲੌਕਸ, ਵੀ ਜਿਹੜੇ ਫਲੌਕ ਦੇ ਵਿੱਚ ਰਹਿੰਦੇ ਨੇ ਐਨੀਮਲ, ਜਾਂ ਫਿਰ ਹਿਊਮਨ ਬੀਂਗ ਲਈ ਵੀ ਇਹਨੂੰ ਆਪਾਂ ਵਰਤ ਸਕਦੇ ਹਾਂ। ਓਕੇ। ਨੈਕਸਟ ਵਰਡ ਹੈ ਐਲੀਜੀਬਲ। ਐਲੀਜੀਬਲ ਦਾ ਮਤਲਬ ਹੁੰਦਾ ਜਿਹੜਾ ਪਰਸਨ ਰੀਡ ਕਰ ਸਕੇ, ਮਤਲਬ ਉਹ ਇੰਨਾ ਕੁ ਯੋਗ ਹੈਗਾ ਕਿ ਉਹ ਰੀਡ ਕਰ ਸਕਦਾ ਕੋਈ ਵੀ ਚੀਜ਼ ਲਿਖੀ ਹੋਈ ਨੂੰ। ਇਨਕੈਪੇਬਲ ਆਫ ਬੀਇੰਗ ਰੈਡ। ਠੀਕ ਹੈ, ਰੀਡ ਕਰ ਸਕਦਾ ਜਿਹੜਾ, ਉਹ ਐਲੀਜੀਬਲ ਹੈ। ਠੀਕ ਹੈ। ਨੈਕਸਟ ਹੈਗਾ ਇਨਅਸੈਸੀਬਲ। ਹੁਣ ਅਸੈਸੀਬਲ ਦਾ ਮਤਲਬ ਹੁੰਦਾ ਕਿਸੇ ਚੀਜ਼ ਤੱਕ ਪਹੁੰਚ ਜਾਂ ਅਪਰੋਚ। ਹੁਣ ਇਨ ਲੱਗ ਗਿਆ ਵਰਡ ਮੂਹਰੇ, ਤਾਂ ਇਨ ਹੈ ਨਾ ਜਿਹੜਾ ਉਹ ਚੀਜ਼ ਨੂੰ ਕੌਂਟਰਾਡਿਕਟ ਕਰ ਦਿੰਦਾ, ਮਤਲਬ ਉਹਦੇ ਮੀਨਿੰਗ ਨੂੰ ਉਲਟ ਕਰ ਦਿੰਦਾ। ਅਸੈਸੀਬਲ ਹੁੰਦਾ ਕਿਸੇ ਚੀਜ਼ ਤੱਕ ਪਹੁੰਚ ਕਰਨੀ, ਇਨਅਸੈਸੀਬਲ ਹੋ ਗਿਆ ਜਦੋਂ ਕਿਸੇ ਤੱਕ ਪਹੁੰਚ ਨਹੀਂ ਕਰ ਸਕਦੇ। ਅ ਪਰਸਨ ਜਾਂ ਕੋਈ ਪਲੇਸ ਦੈਟ ਕੈਨ ਨਾਟ ਬੀ ਈਜ਼ੀਲੀ ਅਪਰੋਚਡ। ਕੋਈ ਪਰਸਨ ਜਾਂ ਕੋਈ ਜਗ੍ਹਾ ਜਿਹਨੂੰ ਈਜ਼ੀਲੀ ਜਿੱਥੇ ਪਹੁੰਚਿਆ ਨਹੀਂ ਜਾ ਸਕਦਾ ਜਾਂ ਜਿਹਦੇ ਤੱਕ ਪਹੁੰਚਿਆ ਨਹੀਂ ਜਾ ਸਕਦਾ, ਉਹਦੇ ਲਈ ਆਪਾਂ ਵਰਡ ਇਨਅਸੈਸੀਬਲ ਯੂਜ਼ ਕਰਦੇ ਹਾਂ। ਠੀਕ ਹੈ। ਇਨਪ੍ਰੈਕਟੀਕੇਬਲ। ਹੁਣ ਦੇਖੋ ਪ੍ਰੈਕਟੀਕਲ ਚੀਜ਼ ਕਿਹੜੀ ਹੁੰਦੀ ਹੈ ਜਿਹਨੂੰ ਆਪਾਂ ਪ੍ਰੈਕਟਿਸ ਕਰ ਸਕੀਏ, ਹੈ ਨਾ। ਅਤੇ ਇਨਪ੍ਰੈਕਟੀਕਲ ਕਿਹੜੀ ਹੋ ਗਈ ਫਿਰ? ਜਿਹਨੂੰ ਪ੍ਰੈਕਟਿਸ ਨਹੀਂ ਕਰ ਸਕਦੇ। ਇਨਕੈਪੇਬਲ ਆਫ ਬੀਇੰਗ ਪ੍ਰੈਕਟਿਸਡ। ਆਹ ਪੂਰੀ ਲਾਈਨ ਯਾਦ ਕਰਨ ਦੀ ਬਜਾਏ ਤੁਸੀਂ ਸਿੰਪਲੀ ਯਾਦ ਰੱਖੋ ਵੀ ਜਿਹਨੂੰ ਪ੍ਰੈਕਟਿਸ ਨਹੀਂ ਕਰ ਸਕਦੇ ਦੈਟ ਇਜ਼ ਨੋਨ ਐਜ਼ ਇਨਪ੍ਰੈਕਟਿਸਕੇਬਲ। ਠੀਕ ਹੈ। ਨੈਕਸਟ ਵਰਡ ਆ ਗਿਆ ਇਨऑਡੀਬਲ। ਹੁਣ ਜੇ ਤੁਹਾਨੂੰ ਔਡੀਬਲ ਦਾ ਮੀਨਿੰਗ ਪਤਾ, ਇਨऑਡੀਬਲ ਦਾ ਕੁਝ ਵੀ ਔਖਾ ਨਹੀਂ। ਔਡੀਬਲ ਹੁੰਦਾ ਸੁਣ ਸਕਣਾ ਕਿਸੇ ਚੀਜ਼ ਨੂੰ, ਮਤਲਬ ਕੋਈ ਚੀਜ਼ ਜਾਂ ਕੋਈ ਸਾਊਂਡ ਜਿਹੜੀ ਸੁਣ ਸਕੀਏ ਆਪਾਂ, ਉਹਨੂੰ ਆਪਾਂ ਕਹਿੰਦੇ ਹਾਂ ਵੀ ਉਹ ਚੀਜ਼ ਔਡੀਬਲ ਹੈ। ਇਨऑਡੀਬਲ ਹੈ ਜਿਹਨੂੰ ਸੁਣਿਆ ਨਹੀਂ ਜਾ ਸਕਦਾ। ਕੋਈ ਸਾਊਂਡ ਕੈਨ ਨਾਟ ਬੀ ਹੀਅਰਡ, ਜਿਹਨੂੰ ਸੁਣਿਆ ਹੀ ਨਹੀਂ ਜਾ ਸਕਦਾ। ਠੀਕ ਹੈ। ਤਾਂ ਹੁਣ ਇਹ ਸਲਾਈਡ ਦੇ ਵਿੱਚ ਆਪਾਂ ਕਿਹੜੇ ਕਿਹੜੇ ਵਰਡ ਕੀਤੇ? ਪਹਿਲਾ ਕੀਤਾ ਆਪਾਂ ਫੋਨਾ, ਕਿਸੇ ਪਰਟੀਕੂਲਰ ਰੀਜ਼ਨ ਦੇ ਵਿੱਚ ਪਾਏ ਜਾਣ ਵਾਲੇ ਐਨੀਮਲਸ। ਫਲੋਰਾ, ਕਿਸੇ ਪਰਟੀਕੂਲਰ ਰੀਜ਼ਨ ਦੇ ਵਿੱਚ ਪਾਏ ਜਾਣ ਵਾਲੇ ਫਲਾਵਰਸ। ਫ੍ਰੇਗਾਈਲ, ਫ੍ਰੇਗਾਈਲ ਮਤਲਬ ਕਿ ਜਿਹਨੂੰ ਈਜ਼ੀਲੀ ਤੋੜਿਆ ਜਾ ਸਕੇ। ਗ੍ਰੀਗੇਰੀਅਸ ਹੁੰਦਾ ਮਿਲਣਸਾਰ। ਐਲੀਜੀਬਲ ਕੀ ਹੁੰਦਾ? ਜਿਹਨੂੰ ਜਿਹੜਾ ਪੜ੍ਹ ਸਕਦਾ ਹੈ ਨਾ। ਇਨਅਸੈਸੀਬਲ ਜਦੋਂ ਕਿਸੇ ਤੱਕ ਪਹੁੰਚ ਨਹੀਂ ਹੋ ਸਕਦੀ। ਇਨਪ੍ਰੈਕਟੀਕੇਬਲ ਮਤਲਬ ਜਦੋਂ ਕੋਈ ਚੀਜ਼ ਨੂੰ ਪ੍ਰੈਕਟਿਸ ਦੇ ਵਿੱਚ ਨਹੀਂ ਲਿਆਂਦਾ ਜਾ ਸਕਦਾ। ਇਨऑਡੀਬਲ ਜਿਹੜਾ ਸੁਣਿਆ ਨਹੀਂ ਜਾ ਸਕਦਾ। ਬਹੁਤ ਜ਼ਿਆਦਾ ਸੌਖੇ ਨੇ ਇਹ, ਬਿਲਕੁਲ ਵੀ ਔਖੇ ਨਹੀਂ ਹੈਗੇ। ਇਨਕੋਰੀਜੀਬਲ। ਹੁਣ ਦੇਖੋ ਇਹਨੂੰ ਨਾ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਇਹਨੂੰ ਪੜ੍ਹਨ ਦੀ ਵੀ ਲੋੜ ਹੈ। ਇਹਨਾਂ ਨੂੰ ਤਾਂ ਛੱਡ ਦਿਓ, ਇਹ ਤਾਂ ਮਤਲਬ ਕਿ ਇਹ ਕੌਂਟਰਾਡਿਕਟ ਕਰਨ ਲਈ ਚੀਜ਼ ਨੂੰ ਲਾਇਆ ਹੋਇਆ। ਕੋਰੀਜੀਬਲ, ਕੋਰੀਜੀਬਲ ਮਤਲਬ ਬਣਿਆ ਕਰੈਕਟ ਤੋਂ। ਏਬਲ, ਕੋਰੀਜੀਬਲ ਮਤਲਬ ਕਰੈਕਟ ਅਤੇ ਏਬਲ ਨੂੰ ਇਕੱਠਾ ਕਰਕੇ ਬਣਿਆ ਹੈ। ਹੁਣ ਜਿਹੜਾ ਇਨਕੋਰੀਜੀਬਲ ਹੈ, ਇਨਕੈਪੇਬਲ ਆਫ ਬੀਇੰਗ ਕਰੈਕਟਡ ਹੈ। ਕੋਰੀਜੀਬਲ ਉਹ ਚੀਜ਼ ਹੁੰਦੀ ਜਿਹਨੂੰ ਕਰੈਕਟ ਕਰ ਸਕੀਏ ਆਪਾਂ, ਕੋਈ ਗਲਤ ਚੀਜ਼ਾਂ ਨੂੰ ਸਹੀ ਕਰ ਸਕਦੇ ਹਾਂ। ਇਨਕੋਰੀਜੀਬਲ ਜਿਹਨੂੰ ਕਰੈਕਟ ਹੀ ਨਹੀਂ ਕੀਤਾ ਜਾ ਸਕਦਾ, ਉਹ ਇਨਕੈਪੇਬਲ ਹੈ ਕਿ ਉਹਨੂੰ ਆਪਾਂ ਸਹੀ ਕਰ ਹੀ ਨਹੀਂ ਸਕਦੇ। ਠੀਕ ਹੈ, ਸੌਖਾ ਵਰਡ ਹੈ। ਇਰਰਿਪੇਅਰੇਬਲ। ਹੁਣ ਇਰ ਨੂੰ ਫੇਰ ਅਲੱਗ ਕੱਢ ਦਿਓ।
ਜਿਹੜਾ ਰਿਪੇਅਰੇਬਲ ਹੁੰਦੀ ਹੈ ਚੀਜ਼ ਜਿਹਨੂੰ ਆਪਾਂ ਰਿਪੇਅਰ ਕਰ ਸਕਦੇ ਹਾਂ, ਇਰਰਿਪੇਅਰੇਬਲ ਜਿਹਨੂੰ ਰਿਪੇਅਰ ਨਹੀਂ ਕਰ ਸਕਦੇ, ਇਨਕੈਪੇਬਲ ਆਫ ਬੀਇੰਗ ਰਿਪੇਅਰਡ। ਕਲੀਅਰ ਹੈ ਜੀ। ਇਨਡੈਲੀਬਲ, ਹੁਣ ਇਨਡੈਲੀਬਲ ਅਗੇਨ ਡੈਲੀਬਲ ਦਾ ਉਲਟ ਹੈਗਾ, ਮਾਰਕ ਦੈਟ ਕੈਨ ਨਾਟ ਬੀ ਇਰੇਸਡ। ਡੈਲੀਬਲ ਹੁੰਦਾ ਜਿਹਨੂੰ ਇਰੇਜ਼ ਕੀਤਾ ਜਾ ਸਕੇ, ਕੋਈ ਇਹੋ ਜਿਹਾ ਮਾਰਕ, ਜਿਵੇਂ ਹੁਣ ਮੈਂ ਮਾਰਕ ਲਾ ਰਹੀ ਹਾਂ ਹੈ ਨਾ ਸਕਰੀਨ ਦੇ ਉੱਤੇ ਕਿੰਨੇ ਸਾਰੇ, ਇਹਨੂੰ ਆਪਾਂ ਇਰੇਜ਼ ਕਰ ਸਕਦੇ 1 ਮਿੰਟ ਦੇ ਵਿੱਚ। ਇਨਡੈਲੀਬਲ ਜਿਹਨੂੰ ਆਪਾਂ ਇਰੇਜ਼ ਨਹੀਂ ਕਰ ਸਕਦੇ, ਦੈਟ ਕੈਨ ਨਾਟ ਬੀ ਇਰੇਸਡ। ਇਨਫੈਲੀਏਬਲ, ਇਹਦਾ ਮਤਲਬ ਹੁੰਦਾ ਜੀ ਵਨ ਹੂ ਇਜ਼ ਫਰੀ ਫਰੋਮ ਆਲ ਦ ਮਿਸਟੇਕਸ ਐਂਡ ਫੇਲਿਅਰਸ। ਫੈਲੀਏਬਲ ਕੀ ਹੁੰਦਾ ਵੀ ਜੇ ਕੋਈ ਮਿਸਟੇਕ ਜਾਂ ਮਿਸਟੇਕਸ ਕਰਦਾ ਤੇ ਫੇਲ ਹੋ ਜਾਂਦਾ ਹੈ ਨਾ, ਤੇ ਇਨਫੈਲੀਏਬਲ ਉਹ ਹੁੰਦਾ ਵਨ ਹੂ ਇਜ਼ ਫਰੀ ਫਰੋਮ ਆਲ ਮਿਸਟੇਕਸ, ਉਹ ਸਾਰੀਆਂ ਗਲਤੀਆਂ ਤੋਂ ਹੀ ਫਰੀ ਹੈ ਤੇ ਫੇਲੂਅਰਸ ਤੋਂ ਵੀ ਫਰੀ ਹੈ, ਮਤਲਬ ਉਹ ਨਹੀਂ ਕਰਦਾ। ਠੀਕ ਹੈ, ਬਹੁਤ ਜ਼ਿਆਦਾ ਸੌਖਾ ਹੈ, ਇਦੋਂ ਸੌਖਾ ਮੈਨੂੰ ਨਹੀਂ ਲੱਗਦਾ ਕੁਝ ਹੋ ਸਕਦਾ। ਇਨਐਡੀਬਲ, ਲਾਸਟ 1 ਵਰਡ ਦੀ ਸਲਾਈਡ ਦੇ ਵਿੱਚ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਐਡੀਬਲ ਉਹ ਚੀਜ਼ ਹੁੰਦੀ ਹੈ ਜਿਹੜੀ ਫਿਟ ਟੂ ਈਟ ਹੈ, ਮਤਲਬ ਖਾਣ ਦੇ ਲਾਇਕ ਹੈ। ਠੀਕ ਹੈ, ਇਸ ਦੇ ਉਲਟ। ਤੇ ਹੁਣ ਇਨਐਡੀਬਲ ਦਾ ਜੇ ਮੀਨਿੰਗ ਦੇਖੀਏ, ਐਡੀਬਲ ਤੋਂ ਉਲਟ ਹੋ ਗਿਆ, ਮਤਲਬ ਕੋਈ ਚੀਜ਼ ਜਿਹੜੀ ਫਿੱਟ ਨਹੀਂ ਹੈਗੀ ਈਟ ਕਰਨ ਲਈ, ਖਾਣ ਦੇ ਲਾਇਕ ਉਹ ਹੈ ਨਹੀਂ, ਖਾਣ ਲਾਇਕ ਹੈ ਨਹੀਂ ਗੀ। ਠੀਕ ਹੈ, ਬਹੁਤ ਜ਼ਿਆਦਾ ਈਜ਼ੀ ਸੀਗਾ। ਇਨਕੋਰੀਜੀਬਲ, ਜਿਹਨੂੰ ਕਰੈਕਟ ਨਹੀਂ ਕੀਤਾ ਜਾ ਸਕਦਾ। ਇਰਰਿਪੇਅਰੇਬਲ, ਜਿਹਨੂੰ ਰਿਪੇਅਰ ਨਹੀਂ ਕੀਤਾ ਜਾ ਸਕਦਾ। ਇਨਡੈਲੀਬਲ, ਜਿਹੜਾ ਮਾਰਕ ਮਿਟਾਇਆ ਨਹੀਂ ਜਾ ਸਕਦਾ। ਦੇਖੋ ਇਨਡੈਲੀਬਲ ਤੁਹਾਨੂੰ ਅਲੱਗ ਜਿਹਾ ਲੱਗ ਰਿਹਾ ਹੋਗਾ, ਕੋਈ ਅਲੱਗ ਨਹੀਂ ਹੈਗਾ। ਇਨ ਅਲੱਗ ਕੱਢ ਦਿਓ। ਡੈਲ ਦਾ ਮਤਲਬ ਹੁੰਦਾ ਡਿਲੀਟ ਕਰਨਾ, ਡਿਲੀਟ ਕਰਨਾ ਆਪਾਂ ਪੜ੍ਹਦੇ ਆ ਨਾ। ਆ ਜਿਹੜਾ IBLE ਲੱਗਦਾ ਨਾ ਪਿੱਛੇ, ਇਹ ਏਬਲ ਤੋਂ ਬਣਦਾ ਹੁੰਦਾ, ਯੋਗ, ਕੋਈ ਚੀਜ਼ ਕਰਨ ਯੋਗ ਹੋਵੇ, ਮਤਲਬ ਡਿਲੀਟ ਕਰਨ ਯੋਗ ਹੋ ਗਿਆ। ਤੇ ਜਦੋਂ ਇਨ ਲੱਗ ਗਿਆ ਮਤਲਬ ਡਿਲੀਟ ਕਰਨ ਨਾ ਯੋਗ ਹੈ ਉਹ ਚੀਜ਼। ਬਹੁਤ ਸੌਖੇ ਤਰੀਕੇ ਨਾਲ ਕਰਾ ਰਹੀ ਹਾਂ ਤੁਹਾਨੂੰ ਵੋਕੈਬਲਰੀ, ਇਹਨੂੰ ਲਰਨ ਕਰ ਲਓ। ਇਨਫਾਲੀਏਬਲ ਕੀ ਸੀਗਾ, ਜਿਹੜਾ ਮਤਲਬ ਫਾਲ ਤੋਂ ਯਾਦ ਰੱਖਣਾ, ਫੇਲਿਊਰ, ਕਿ ਜਿਹੜਾ ਫ੍ਰੀ ਹੈ ਨਾ ਸਭ ਚੀਜ਼ਾਂ ਤੋਂ। ਇਨਐਡੀਬਲ, ਜਿਹੜੀ ਚੀਜ਼ ਫਿੱਟ ਨਹੀਂ ਹੈਗੀ ਡਰਿੰਕ ਜਾਂ ਈਟ ਕਰਨ ਲਈ। ਠੀਕ ਹੈ। ਇਨਫਲੇਮੇਬਲ, ਹੁਣ ਜਿਨ੍ਹਾਂ ਨੇ ਰੂਟ ਵਰਡ ਦੀ ਸੀਰੀਜ਼ ਦੇਖੀ ਹੋਈ ਹੈ, ਉੱਥੇ ਮੈਂ ਤੁਹਾਨੂੰ ਨਾ ਫਲੇਮ ਵਰਡ ਕਰਾਇਆ ਸੀਗਾ, ਜਿਹਦਾ ਮਤਲਬ ਮੈਂ ਤੁਹਾਨੂੰ ਫਾਇਰ ਤੋਂ ਦੱਸਿਆ ਸੀਗਾ। ਫਲੇਮੇਬਲ ਹੁੰਦਾ ਗਾ ਕੋਈ ਚੀਜ਼ ਜਿਹੜੀ ਕੀ ਹੈ, ਇਨਫਲੇਮੇਬਲ ਦਾ ਕੀ ਮਤਲਬ ਹੁੰਦਾ, ਲਾਇਬਲ ਟੂ ਕੈਚ ਫਾਇਰ ਈਜ਼ੀਲੀ, ਮਤਲਬ ਕੋਈ ਵੀ ਚੀਜ਼ ਜਿਹੜੀ ਛੇਤੀ ਅੱਗ ਫੜ ਜੇ, ਜਿਵੇਂ ਪੈਟਰੋਲ, ਡੀਜ਼ਲ, ਕੁਛ ਵੀ ਇਹ ਛੇਤੀ ਅੱਗ ਫੜ ਜਾਂਦੀ ਹੈ ਨਾ ਜਿਹੜੀਆਂ ਕੋਈ ਚੀਜ਼ਾਂ, ਉਹਦੇ ਲਈ ਆਪਾਂ ਇਨਫਲੇਮੇਬਲ ਵਰਡ ਯੂਜ਼ ਕਰਦੇ ਹਾਂ। ਠੀਕ ਹੈ, ਲਾਇਬਲ ਟੂ ਕੈਚ ਫਾਇਰ ਈਜ਼ੀਲੀ, ਜਿਹੜੀ ਕੀ ਹੈ, ਜਿਹੜਾ ਫਾਇਰ ਨੂੰ ਹੈ ਛੇਤੀ ਫੜ ਲੇ। ਠੀਕ ਹੈ, ਹੁਣ ਤੁਸੀਂ ਹੁਣ ਜੇ ਇਹਦਾ ਨਾ ਆਪਾਂ ਉਹ ਚੀਜ਼ ਲਿਖਣੀ ਹੈ ਵੀ ਜਿਹੜੀ ਅੱਗ ਨੂੰ ਛੇਤੀ ਨਾ ਫੜ ਸਕੇ, ਉਹਦੇ ਲਈ ਵਰਡ ਯੂਜ਼ ਹੁੰਦਾ ਨੋਨ ਇਨਫਲੇਮੇਬਲ। ਠੀਕ ਹੈ, ਨੋਨ ਲੱਗ ਜੂਗਾ ਉਹਦੇ ਲਈ ਮੂਰੇ, ਉਹਨੂੰ ਕੰਟਰਾਡਿਕਟ ਕਰਨ ਲਈ, ਯਾਦ ਰੱਖਿਓ। ਤੇ ਨੈਕਸਟ ਵਰਡ ਹੈਗਾ ਆਪਣਾ ਇਨਐਵੀਟੇਬਲ, ਇਹਦਾ ਮਤਲਬ ਹੁੰਦਾ ਦੈਟ ਕੈਨ ਨਾਟ ਬੀ ਅਵੋਇਡਡ, ਵੀ ਜਿਹਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ, ਜਿਹਨੂੰ ਅਵੋਇਡ ਨਹੀਂ ਕੀਤਾ ਜਾ ਸਕਦਾ। ਠੀਕ ਹੈ, ਐਵੀਟੇਬਲ ਮਤਲਬ ਹੁੰਦਾ ਅਵੋਇਡ ਕਰ ਸਕਦੇ ਹਾਂ ਜਿਹਨੂੰ, ਇਨਐਵੀਟੇਬਲ ਹੋ ਗਿਆ ਜਿਹਨੂੰ ਆਪਾਂ ਅਵੋਇਡ ਨਹੀਂ ਕਰ ਸਕਦੇ। ਅਵੋਇਡ ਹੁੰਦਾ ਲਾਈਕ ਵਰਜਣਾ, ਇਗਨੋਰ ਕਰਨਾ ਕਿਸੇ ਨੂੰ, ਹੈ ਨਾ, ਵੀ ਕਈ ਵਾਰੀ ਹੁੰਦਾ ਨਾ ਵੀ ਆਪਣੇ ਤੋਂ ਕੋਈ ਮਿਸਟੇਕ ਵੀ ਹੋ ਜਾਂਦੀ ਹੈ, ਆਪਾਂ ਉਹਨੂੰ ਇਗਨੋਰ ਕਰ ਦਿੰਦੇ ਹਾਂ, ਮਤਲਬ ਐਵੇਂ ਦਾ ਸਮਥਿੰਗ ਲਾਈਕ ਦੈਟ। ਇਨਡਿਸਪੈਂਸਿਬਲ, ਹੁਣ ਡਿਸਪੈਂਸਿਬਲ ਵਰਡ ਹੈ ਨਾ ਜਿਹੜਾ, ਸੈਪਰੇਟ ਸੁਣਿਆ ਹੋਊਗਾ ਵਰਡ ਤੁਸੀਂ, ਸੈਪਰੇਟ ਕਰਨਾ ਹੁੰਦਾ ਕਿਸੇ ਚੀਜ਼ ਨੂੰ ਅਲੱਗ ਕਰਨਾ। ਠੀਕ ਹੈ, ਕਿ ਦੋ ਚੀਜ਼ਾਂ ਨੇਗੀਆਂ ਮੰਨ ਲਓ ਇਕੱਠੀਆਂ ਨੇ, ਇਹਨਾਂ ਨੂੰ ਅਲੱਗ ਕਰਨਾ, ਤਾਂ ਇਹ ਹੋ ਗਿਆ ਸੈਪਰੇਟ ਕਰਨਾ। ਤੇ ਇਨਸੈਪਰੇਬਲ ਕਿਹੜੀ ਚੀਜ਼ ਹੁੰਦੀ ਹੈ, ਜਿਹਨੂੰ ਅਲੱਗ ਕੀਤਾ ਹੀ ਨਾ ਜਾ ਸਕੇ। ਕਈ ਚੀਜ਼ਾਂ ਐਵੇਂ ਦੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਇੱਕ ਦੂਜੇ ਤੋਂ ਅਲੱਗ ਕਰ ਹੀ ਨਹੀਂ ਸਕਦੇ, ਉਹ ਇਨਸੈਪਰੇਬਲ ਹੁੰਦੀਆਂ। ਤੇ ਉਵੇਂ ਡਿਸਪੈਂਸ ਦਾ ਮਤਲਬ ਹੁੰਦਾ ਅਲੱਗ ਕਰਨਾ, ਇਨਡਿਸਪੈਂਸੇਬਲ ਜਿਹੜੀਆਂ ਅਲੱਗ ਕੀਤੀਆਂ ਹੀ ਨਹੀਂ ਜਾ ਸਕਦੀਆਂ, ਦੈਟ ਕੈਨ ਨਾਟ ਬੀ ਡਿਸਪੈਂਸਡ ਵਿਦ, ਜਿਹਨੂੰ ਮਤਲਬ ਕਿ ਇੱਕ ਦੂਜੇ ਤੋਂ ਅਲੱਗ ਕੀਤਾ ਹੀ ਨਹੀਂ ਜਾ ਸਕਦਾ। ਠੀਕ ਹੈ, ਉਵੇਂ ਯੂਜ਼ ਹੁੰਦਾ ਇਹ ਵੀ ਚੀਜ਼। ਇਨਸੈਪਰੇਬਲ ਤਾਂ ਦੱਸਿਆ ਕਿਉਂਕਿ ਸੈਪਰੇਟ ਵਰਡ ਤੁਸੀਂ ਸੁਣਿਆ ਹੋਊਗਾ। ਇੰਟੈਰੀਜਨਮ, ਇਹਦਾ ਮਤਲਬ ਹੁੰਦਾ ਗਾ ਜਿਹੜਾ ਨਾ, ਦੇਖੋ ਮੰਨ ਲਓ ਆ ਇੱਕ ਗਵਰਨਮੈਂਟ ਦਾ ਟਾਈਮ ਪੀਰੀਅਡ ਰਿਹਾ ਹੈ ਨਾ, 5 ਸਾਲਾਂ ਦਾ ਲਾ ਲਓ ਜਾਂ ਜਿੰਨਾ ਵੀ, ਆ ਦੂਜੀ ਗਵਰਨਮੈਂਟ ਦਾ ਟਾਈਮ ਪੀਰੀਅਡ ਰਿਹਾ, ਆ ਜਿਹੜਾ ਵਿੱਚ ਦਾ ਟਾਈਮ ਹੈ ਨਾ, ਇਹਨਾਂ ਦੋਨਾਂ ਸਰਕਾਰਾਂ ਦੇ ਟਾਈਮ ਪੀਰੀਅਡ ਦਾ ਵਿਚਲਾ ਟਾਈਮ ਹੈ ਜਿਹੜਾ, ਉਹਦੇ ਲਈ ਇਹ ਵਰਡ ਯੂਜ਼ ਹੁੰਦਾ। ਠੀਕ ਹੈ, ਅ ਪੀਰੀਅਡ ਆਫ ਇੰਟਰਵਲ ਦਾ ਉਹ ਪੀਰੀਅਡ ਜਿਹੜਾ ਬਿਟਵੀਨ ਹੋਵੇ ਦੋ ਰਿਜ਼ਾਈਮਸ ਜਾਂ ਦੋ ਗਵਰਨਮੈਂਟਸ ਦੇ, ਦੋ ਸਰਕਾਰਾਂ ਦੇ ਵਿਚਲਾ ਹੋਵੇ ਜਿਹੜਾ। ਠੀਕ ਹੈ, ਤੇ ਇੱਕ ਹੋਰ ਚੀਜ਼ ਦੱਸਦੀ ਹਾਂ, ਜਿਹੜੇ ਆ ਵਰਡਸ ਹੁੰਦੇ ਨੇ ਨਾ, ਰਿਜ਼ਾਈਮ, ਅਥਾਰਟੀ, ਲਾਅ ਮੇਕਰਸ, ਇਹ ਸਾਰੇ ਸਰਕਾਰ ਲਈ ਹੀ ਯੂਜ਼ ਹੁੰਦੇ ਆ ਵਰਡ, ਗਵਰਨਮੈਂਟ ਲਈ ਹੀ। ਠੀਕ ਹੈ, ਅਥਾਰਟੀ ਜਾਂ ਹਾਇਰ ਅਥਾਰਟੀ ਵਗੈਰਾ ਵਗੈਰਾ। ਓਕੇ, ਕਲੀਅਰ ਹੋਊਗਾ ਜੀ, ਹੋਪ ਸੋ ਤੁਹਾਨੂੰ। ਦੁਬਾਰਾ ਆਪਾਂ ਸਮ ਅਪ ਕਰ ਲੈਂਦੇ ਹਾਂ ਸਲਾਈਡ ਨੂੰ। ਇਨਫਲੇਮੇਬਲ ਕੀ ਸੀਗਾ, ਜਿਹੜਾ ਈਜ਼ੀਲੀ ਕੈਚ ਫਾਇਰ ਕਰ ਜੇ। ਇਨਐਵੀਟੇਬਲ ਕੀ ਸੀਗਾ, ਜਿਹਨੂੰ ਅਵੋਇਡ ਨਹੀਂ ਕਰ ਸਕਦੇ। ਇਨਡਿਸਪੈਂਸਿਬਲ, ਜਿਹਨੂੰ ਅਲੱਗ ਨਹੀਂ ਕਰ ਸਕਦੇ। ਇੰਟੈਰੀਜਨਮ ਮਤਲਬ ਦੋ ਸਰਕਾਰਾਂ ਦੇ ਵਿੱਚ ਜਿਹੜਾ ਉਹਨਾਂ ਦੇ ਪੀਰੀਅਡ ਦਾ ਵਿਚਲਾ ਟਾਈਮ ਪੀਰੀਅਡ। ਕਲੀਅਰ। ਨੈਕਸਟ ਹੈਗਾ ਜੀ ਇੰਟੈਲੀਜੀਬਲ ਦਾ ਮਤਲਬ ਹੁੰਦਾ ਦੈਟ ਕੈਨ ਬੀ ਅੰਡਰਸਟੂਡ। ਹੁਣ ਦੇਖੋ
देखो इंटैलीजेबल वर्ड कोई बहुत वड्डा तकड़ा वर्ड नहीं हैगा। इंटैलीजेंट सुनिया ना तुसी वर्ड, है ना, ਆਪਾਂ नॉर्मली सुनिया। ਹੁਣ इंटैलीजेबल भी वर्ड ਉਹਦੇ ਤੋਂ ਹੀ ਬਣਿਆ। ਮੈਂ ਆਹ इंटैलीज ਤਾਂ इंटैलीजेंट वाला हो गया। ਆਹ ਤੁਹਾਨੂੰ ਦੱਸਿਆ ਮੈਂ ਏਬਲ ਤੋਂ ਬਣਦਾ ਹੁੰਦਾ। ਏਬਲ ਦਾ ਮਤਲਬ ਹੁੰਦਾ ਯੋਗ। ਹੁਣ ਜਿਹੜਾ ਕੋਈ ਗੱਲ ਸਮਝ ਜੇ ਦੈਟ ਕੈਨ ਬੀ ਅੰਡਰਸਟੂਡ, ਠੀਕ ਹੈ। ਜਿਹੜਾ ਹਰ ਗੱਲ ਨੂੰ ਸਮਝੇ ਉਹਨੂੰ ਹੀ ਆਪਾਂ ਇੰਟੈਲੀਜੇਬਲ ਕਹਿੰਦੇ ਆ ਨਾ, ਕਿ ਸਮਝਣ ਲਾਇਕ ਹੈ ਇਹ ਬੰਦਾ, ਸਮਝ ਸਕਦਾ ਕੋਈ ਵੀ ਗੱਲ। ਲਿਊਨਰ ਵਰਡ ਹਮੇਸ਼ਾ ਹੀ ਮੂਨ ਲਈ ਯੂਜ਼ ਹੁੰਦਾ, ਇਹ ਤੁਹਾਨੂੰ ਯਾਦ ਹੀ ਕਰਨਾ ਪੈਣਾ। ਅਤੇ ਮਤਲਬ ਉਹ ਤੁਸੀਂ ਪੜ੍ਹਿਆ ਹੋਊਗਾ ਸਾਇੰਸ ਦੇ ਵਿੱਚ, ਲਿਊਨਰ ਐਕਲਿਪਸ, ਹੈ ਨਾ, ਜਾਂ ਆਪਾਂ ਪੜ੍ਹਦੇ ਹੁੰਦੇ ਹਾਂ ਨਾ ਚੰਦਰ ਗ੍ਰਹਿਣ ਵਗੈਰਾ, ਸਮਥਿੰਗ ਲਾਈਕ ਦੈਟ। ਲਿਊਨਰ ਮੂਨ ਲਈ ਹੀ ਯੂਜ਼ ਹੁੰਦਾ ਹਮੇਸ਼ਾ। ਮੈਡਨ, ਇਹ ਬਹੁਤ ਵਧੀਆ ਵਰਡ ਹੈਗਾ, ਹੈ ਨਾ, ਕਾਫੀ ਵਾਰੀ ਐਗਜ਼ਾਮ ਦੇ ਵਿੱਚ ਆਇਆ, ਇਹਨੂੰ ਧਿਆਨ ਨਾਲ ਸਮਝੋ। A speech or an attempt by a person for the first time, ਕੋਈ ਵੀ ਸਪੀਚ ਜਾਂ ਕੋਈ ਉਪਰਾਲਾ ਕਿਸੇ ਪਰਸਨ ਦੁਆਰਾ ਕੀਤਾ ਜਾਂਦਾ, ਪਹਿਲੀ ਵਾਰੀ ਜਦੋਂ ਕੀਤਾ ਜਾਂਦਾ ਨਾ ਉਹਨੂੰ ਮੈਡਨ ਬੋਲਦੇ ਆ, ਠੀਕ ਹੈ। ਪ੍ਰੋਨੰਸੀਏਸ਼ਨ ਇਹਦੀ ਚੈੱਕ ਕਰ ਸਕਦੇ ਹੋ ਤੁਸੀਂ। ਮੈਡਨ ਸਪੀਚ, ਇਹ ਵਰਡ ਨਾ ਏ ਨੂੰ ਕੱਟ ਕੇ ਆ ਵੀ ਬਹੁਤ ਵਾਰੀ ਯੂਜ਼ ਹੁੰਦਾ ਹੈਗਾ, ਕਿ ਜਿਹੜੀ ਪਹਿਲੀ ਵਾਰੀ ਸਪੀਚ ਦਿੱਤੀ ਜਾਂਦੀ ਹੈ ਉਹਨੂੰ ਕਿਹਾ ਜਾਂਦਾ ਇਹ, ਠੀਕ ਹੈ। ਮੈਮਲ ਦਾ ਕੀ ਮਤਲਬ ਹੁੰਦਾ, ਜਿਹੜਾ ਕੋਈ ਵੀ ਐਨੀਮਲ ਜਿਹੜਾ ਮਿਲਕ ਦੇਵੇ, ਹੈ ਨਾ, ਉਹਨੂੰ ਆਪਾਂ ਮੈਮਲ ਕਹਿ ਦਿੰਦੇ ਹਾਂ। ਕੁਛ ਇਹ ਵੀ ਸੌਖਾ ਵਰਡ ਹੀ ਹੈਗਾ। ਨੈਕਸਟ ਹੈਗਾ ਮੈਨੂਸਕ੍ਰਿਪਟ। ਮੈਨੂਸਕ੍ਰਿਪਟ ਦਾ ਮਤਲਬ ਹੁੰਦਾ ਹੈ ਕੋਈ ਵੀ ਮੈਟਰ ਜਿਹੜਾ ਰਿਟਨ ਬਾਈ ਹੈਂਡ ਹੋਵੇ, ਹੱਥ ਲਿਖਤ ਕੋਈ ਵੀ ਸਕ੍ਰਿਪਟ ਹੋਵੇ ਨਾ ਜਿਹੜੀ, ਉਹਨੂੰ ਮੈਨੂਸਕ੍ਰਿਪਟ ਕਹਿ ਦਿੰਦੇ ਆ। ਓਕੇ ਜੀ। ਨੋਸਟੈਲਜੀਆ ਬਹੁਤ ਵਧੀਆ ਵਰਡਸ ਹੈ, ਸਪੈਸ਼ਲੀ ਆਲ ਸਟੂਡੈਂਟਸ ਲਈ। ਨੋਸਟੈਲਜੀਆ ਦਾ ਮਤਲਬ ਹੁੰਦਾ ਗਾ ਮੈਮਰੀਜ਼ ਆਫ ਦਾ ਪਾਸਟ, ਜਿਹੜੀਆਂ ਪਾਸਟ ਦੀਆਂ ਕੁਝ ਅਭੁੱਲ ਯਾਦਾਂ ਆਪਾਂ ਕਈ ਵਾਰੀ ਬੈਠ ਕੇ ਯਾਦ ਕਰਨ ਲੱਗ ਜਾਂਦੇ ਹਾਂ ਨਾ, ਉਹਦੇ ਲਈ ਆਪਾਂ ਵਰਡ ਯੂਜ਼ ਕਰਦੇ ਹਾਂ। ਨੋਸਟੈਲਜਿਕ ਮੂਮੈਂਟਸ ਨੇ ਵੀ ਉਹ ਸਾਡੇ ਬਿਨਾਂ ਵੀ ਆਪਾਂ ਭੁੱਲ ਨਹੀਂ ਸਕਦੇ ਉਹਨਾਂ ਨੂੰ, ਹੈ ਨਾ। ਮੈਮਰੀਜ਼ ਹੁੰਦੀਆਂ ਜਿਹੜੀਆਂ ਆਪਣੇ ਪਾਸਟ ਦੀਆਂ, ਨੋਸਟੈਲਜੀਆ, ਠੀਕ ਹੈ, ਯਾਦ ਰੱਖਣਾ ਇਹਨੂੰ। ਓਕੇ ਜੀ। ਲਾਸਟ ਵਰਡ ਇਹ ਸਲਾਈਡ ਦਾ ਹੈਗਾ ਆਪਣਾ ਓਮਨੀ ਪ੍ਰੈਜ਼ੈਂਟ। ਅਗੇਨ ਇਹਦੇ ਵਿੱਚ ਤੁਹਾਨੂੰ ਇੱਕ ਰੂਟ ਵਰਡ ਕਰਵਾਉਂਦੀ ਹਾਂ ਮੈਂ, ਓਮਨੀ ਪ੍ਰੈਜ਼ੈਂਟ, ਠੀਕ ਹੈ। ਵਨ ਇਜ਼ ਪ੍ਰੈਜ਼ੈਂਟ ਐਵਰੀਵੇਅਰ, ਜਿਹੜਾ ਵੀ ਕੋਈ ਵੀ ਜਿਹੜਾ ਹਰ ਥਾਂ 'ਤੇ ਮੌਜੂਦ ਹੋਵੇ ਉਹਨੂੰ ਆਪਾਂ ਓਮਨੀ ਪ੍ਰੈਜ਼ੈਂਟ ਕਹਿੰਦੇ ਹਾਂ। ਨੋਰਮਲੀ ਤਾਂ ਇਹ ਕੋਈ ਹੋ ਨਹੀਂ ਸਕਦਾ, ਇਸ ਲਈ ਇਹ ਗੋਡ ਲਈ ਵਰਤਿਆ ਜਾਂਦਾ। ਆਪਾਂ ਰੱਬ ਲਈ ਕਹਿੰਦੇ ਹਾਂ ਨਾ ਇਹ ਚੀਜ਼, ਕਿ ਜੋ ਹਰ ਥਾਂ ਮੌਜੂਦ ਹੋਵੇ ਉਹਨੂੰ ਆਪਾਂ ਪਰਮਾਤਮਾ ਹੀ ਕਹਿੰਦੇ ਹਾਂ, ਉਹਦਾ ਹੀ ਇੱਕ ਨਾਮ ਹੈ। ਤਾਂ ਓਮਨੀ ਪ੍ਰੈਜ਼ੈਂਟ ਉਹਦੇ ਲਈ ਵਰਤਿਆ ਜਾਂਦਾ। ਹੁਣ ਕੀ ਹੈਗਾ ਅੱਗੇ ਕੀ ਹੈ, ਓਮਨੀ ਦਾ ਮਤਲਬ ਨਾ ਆਲ ਹੁੰਦਾ, ਸਮਥਿੰਗ ਲਾਈਕ ਦੈਟ। ਇਹਦੇ ਵਿੱਚ ਕੀ ਹੈ ਓਮਨੀਪੋਟੈਂਟ ਪੋਟੈਂਟ ਦਾ ਮਤਲਬ ਕੀ ਹੈਗਾ ਪਾਵਰਫੁਲ। ਵਨ ਹੂ ਇਜ਼ ਆਲ ਪਾਵਰਫੁਲ, ਜਿਹਦੇ ਵਿੱਚ ਸਾਰੀਆਂ ਹੀ ਪਾਵਰਸ ਹੋਣ। ਇਹ ਵੀ ਵਰਡ ਹੈ ਜਿਹੜਾ ਗੋਡ ਲਈ ਹੀ ਵਰਤਿਆ ਜਾਂਦਾ ਹੈ ਨਾ। ਓਮਨੀਸੀਐਂਟ, ਇਹਦਾ ਮਤਲਬ ਹੁੰਦਾ ਵਨ ਹੂ ਨੋਜ਼ ਆਲ, ਜਿਹੜਾ ਸਾਰਿਆਂ ਨੂੰ ਜਾਣਦਾ, ਠੀਕ ਹੈ। ਅਗੇਨ ਮੈਂ ਦੱਸ ਰਹੀ ਹਾਂ, ਓਮਨੀ ਪ੍ਰੈਜ਼ੈਂਟ ਆਲ ਹੋ ਗਿਆ, ਆਲ ਮਤਲਬ ਜਗ੍ਹਾ, ਸਾਰੀਆਂ, ਆਲ ਜਗ੍ਹਾਵਾਂ, ਪ੍ਰੈਜ਼ੈਂਟ ਜਿਹੜਾ ਹਰ ਥਾਂ 'ਤੇ ਮੌਜੂਦ ਹੈ। ਓਮਨੀਪੋਟੈਂਟ, ਓਮਨੀ ਮਤਲਬ ਆਲ ਹੋ ਗਿਆ, ਪੋਟੈਂਟ ਮਤਲਬ ਪਾਵਰ ਹੋ ਗਿਆ, ਜਿਹਦੇ 'ਚ ਸਾਰੀਆਂ ਪਾਵਰਸ ਨੇ। ਓਮਨੀਸੀਐਂਟ, ਓਮਨੀ ਮਤਲਬ ਆਲ ਹੋ ਗਿਆ, ਜਿਹੜਾ ਹਰ ਕਿਸੇ ਨੂੰ ਜਾਣਦਾ ਹੈ। ਵਨ ਹੂ ਨੋਜ਼ ਆਲ, ਯਾਦ ਰੱਖਣਾ ਇਹਨੂੰ, ਠੀਕ ਹੈ। ਨੈਕਸਟ ਹੈ ਜੀ ਵਰਡ ਆਪਣਾ ਪੈਰਾਈਬਲ। ਅ ਸ਼ਾਰਟ ਸਟੋਰੀ ਵਿਦ ਅ ਮੋਰਲ, ਛੋਟੀ ਜੀ ਸਟੋਰੀ ਹੋਵੇ ਵਿਦ ਅ ਮੋਰਲ ਹੋਵੇ, ਕੋਈ ਸਿੱਖਿਆ ਵੀ ਦਿੰਦੀ ਹੋਵੇ, ਉਹਦੇ ਲਈ ਆਪਾਂ ਵਰਡ ਯੂਜ਼ ਕਰਦੇ ਹਾਂ ਪੈਰਾਈਬਲ, ਠੀਕ ਹੈ। ਪੈਰੋਲ ਦਾ ਮਤਲਬ ਹੁੰਦਾ ਪ੍ਰੋਮਿਸ ਗਿਵਿੰਗ ਬਾਈ ਅ ਪ੍ਰਿਜ਼ਨਰ ਫॉर ਅ ਟੈਂਪਰੇਰੀ ਰਿਲੀਜ਼ ਨਾਟ ਟੂ ਐਸਕੇਪ। ਜਿਵੇਂ ਜਿਹੜੇ ਨਹੀਂ ਹੁੰਦੇ ਹੈਗੇ ਕੈਦੀ, ਹੈ ਨਾ, ਜੇਲ੍ਹ 'ਚ ਹੁੰਦੇ ਨੇ, ਉਹ ਥੋੜ੍ਹੇ ਟਾਈਮ ਲਈ ਨਹੀਂ ਆਏ ਹੁੰਦੇ ਬਾਹਰ, ਥੋੜ੍ਹੇ ਟਾਈਮ ਲਈ ਆ ਜਾਂਦੇ ਨੇ। ਉਹ ਇਹ ਵਾਅਦਾ ਕਰਕੇ ਆਉਂਦੇ ਨੇ ਜਿਹੜਾ ਕਿ ਅਸੀਂ ਭੱਜਾਂਗੇ ਨਹੀਂ, ਜਿੰਨਾ ਸਾਡਾ ਤੁਸੀਂ ਟਾਈਮ ਲਿਮਿਟ 5-10 ਦਿਨ ਦੀ ਦਿੱਤੀ ਹੈ ਸਾਨੂੰ ਛੁੱਟੀ, ਤਾਂ ਉਹ ਬਿਤਾ ਕੇ ਅਸੀਂ ਫਿਰ ਵਾਪਸ ਆ ਜਾਵਾਂਗੇ, ਹੈ ਨਾ। ਅਤੇ ਉਹ ਜਿਹੜਾ ਉਹ ਪ੍ਰੋਮਿਸ ਕਰਦੇ ਆ ਨਾ, ਉਹਨੂੰ, ਉਸ ਪ੍ਰੋਮਿਸ ਨੂੰ ਆ ਪੈਰੋਲ ਕਹਿੰਦੇ ਆ। ਤੁਸੀਂ ਆ ਲਾਈਨ ਪੜ੍ਹ ਕੇ ਦੇਖੋ ਕੀ ਲਿਖਿਆ। ਪ੍ਰੋਮਿਸ ਹੈ ਜਿਹੜਾ ਗਿਵਿੰਗ ਬਾਈ ਅ ਪ੍ਰਿਜ਼ਨਰ, ਕੈਦੀ ਦੁਆਰਾ ਦਿੱਤਾ ਜਾਂਦਾ, ਫॉर ਟੈਂਪਰੇਰੀ ਰਿਲੀਜ਼, ਜਿਹਨੂੰ ਟੈਂਪਰੇਰੀ ਤੌਰ 'ਤੇ ਛੱਡਿਆ ਜਾਂਦਾ 5-10 ਦਿਨ ਦੀ ਛੁੱਟੀ ਲਈ। ਨਾਟ ਟੂ ਐਸਕੇਪ ਦਾ ਮਤਲਬ ਹੈ ਕਿ ਉਹ ਬਚ ਕੇ ਨਿਕਲੂਗਾ ਨਹੀਂ, ਭੱਜੂਗਾ ਨਹੀਂ, ਵਾਪਸ ਆ ਜਾਊਗਾ ਉਹ ਛੁੱਟੀਆਂ ਕੰਪਲੀਟ ਕਰਕੇ, ਠੀਕ ਹੈ, ਯਾਦ ਰੱਖਣਾ। ਆ ਵੀ ਵਰਡ ਨੈਕਸਟ ਵਾਲਾ ਬਹੁਤ ਇੰਪੋਰਟੈਂਟ ਹੈ, ਪੈਨਾਸ਼ੀਆ। ਇਹਦਾ ਮਤਲਬ ਹੁੰਦਾ ਕਿਉਰ ਫॉर ਆਲ, ਮਤਲਬ ਆਪਾਂ ਕਹਿ ਦਈਏ ਵੀ ਕੋਈ ਇਹੋ ਜਿਹੀ ਰੈਮੇਡੀ, ਕੋਈ ਇਹੋ ਜਿਹਾ ਸੋਲਿਊਸ਼ਨ ਜਿਹੜੀਆਂ ਸਾਰੀਆਂ ਬਿਮਾਰੀਆਂ ਦਾ ਹੀ ਹੱਲ ਹੋਵੇ, ਉਹਦੇ ਲਈ ਇਹ ਵਰਡ ਯੂਜ਼ ਕੀਤਾ ਜਾਂਦਾ। ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਹੈਗਾ ਜੀ ਪਲੈਗਰਿਜ਼ਮ ਦਾ ਮਤਲਬ ਹੁੰਦਾ ਲਿਟਰੇਰੀ ਥੈਫਟ। ਲਿਟਰੇਰੀ ਦਾ ਮਤਲਬ ਕੀ ਹੈ, ਕਿਸੇ ਵੀ ਆਥਰ ਦੁਆਰਾ ਉਹਦਾ ਕੋਈ ਲਿਟਰੇਚਰ ਦਾ ਵਰਕ ਉਹਦਾ ਲਿਖਿਆ ਹੋਇਆ ਅਤੇ ਉਹਨੂੰ ਉਹਦੇ ਲਿਖੇ ਹੋਏ ਵਰਕ ਨੂੰ ਨਾ ਚੋਰੀ ਕਰਨ ਨੂੰ ਕਹਿੰਦੇ ਨੇਗੇ। ਲਿਟਰੇਰੀ ਜਿਹੜੀ ਉਹਦੀ ਥੈਫਟ ਹੁੰਦੀ ਹੈ ਨਾ, ਚੋਰੀ ਹੁੰਦੀ ਹੈ, ਪਲੈਗਰਿਜ਼ਮ ਬੋਲਦੇ ਆ, ਠੀਕ ਹੈ ਜੀ, ਯਾਦ ਰੱਖਣਾ। ਪਲੈਟੋਨਿਕ ਦਾ ਮਤਲਬ ਹੁੰਦਾ ਸਮਥਿੰਗ ਸਪਿਰਿਚੁਅਲ, ਮਤਲਬ ਕੁਛ ਅਧਿਆਤਮਿਕ ਕਹਿ ਸਕਦੇ ਹਾਂ, ਜਾਂ ਆਪਣੀ ਆਤਮਾ ਨਾਲ ਉਹ ਚੀਜ਼ ਜੁੜੀ ਹੋਵੇ, ਉਹਦੇ ਲਈ ਪਲੈਟੋਨਿਕ ਕਹਿੰਦੇ। ਸਪੈਸ਼ਲੀ ਵਰਡ ਯੂਜ਼ ਹੁੰਦਾ ਲਵ ਲਈ, ਠੀਕ ਹੈ, ਕਿ ਜਿਹੜਾ ਮਤਲਬ ਅੰਦਰੋਂ ਹੋਵੇ, ਫੇਕ ਨਾ ਹੋਵੇ, ਦਿਖਾਉਣ ਲਈ ਨਾ ਹੋਵੇ, ਪਲੈਟੋਨਿਕ। ਨੈਕਸਟ ਹੈਗਾ ਪੋਰਟੇਬਲ ਦੇ ਵਿੱਚ ਆਰ ਲੱਗੀ ਹੋਈ ਹੈ, ਧਿਆਨ 'ਚ ਰੱਖਿਓ। ਪੋਰਟੇਬਲ ਉਹ ਚੀਜ਼ ਹੁੰਦੀ ਹੈ, ਇੱਥੇ ਨਾ ਗਲਤੀ ਨਾਲ
ਪ੍ਰਿੰਟ ਹੋ ਗਿਆ। ਮੈਂ ਤੁਹਾਨੂੰ ਦੱਸਦੀ ਹਾਂ ਦਾ ਕੀ ਮਤਲਬ ਹੈ। ਪੋਰਟੇਬਲ ਦਾ ਮਤਲਬ ਇੰਨਾ ਕਿਹਾ ਜਿਹੜਾ ਮੈंने ਸਰਕਲ ਕੀਤਾ, ਦੈਟ ਕੈਨ ਬੀ ਕੈਰੀਡ ਇਨ ਹੈਂਡ। ਪੋਰਟੇਬਲ ਉਹ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਰਾਮ ਨਾਲ ਚੱਕ ਕੇ ਲੈ ਕੇ ਜਾ ਸਕੀਏ। ਜਿਵੇਂ ਆਪਣਾ ਮੋਬਾਈਲ ਫੋਨ ਹੈ, ਪੋਰਟੇਬਲ ਹੈ ਨਾ, ਆਪਾਂ ਜਦੋਂ ਮਰਜ਼ੀ ਚੱਕ ਕੇ ਕਿਤੇ ਵੀ ਲੈ ਜਾਂਦੇ ਹਾਂ। ਕੋਈ ਵੀ ਸਟੇਸ਼ਨਰੀ, ਪੈਨ ਪੈਨਸਿਲ ਕੁਝ ਵੀ ਆ, ਆਪਣੀ ਕਿਤਾਬਾਂ ਵੀ ਪੋਰਟੇਬਲ, ਆਪਾਂ ਕਿਤੇ ਵੀ ਲੈ ਕੇ ਜਾ ਸਕਦੇ ਹਾਂ। ਹੁਣ ਕੀ ਆਪਣਾ ਹਾਊਸ ਹੈ ਜਿਹੜਾ ਉਹ ਪੋਰਟੇਬਲ ਹੈ, ਉਹਨੂੰ ਪੋਰਟੇਬਲ ਕਹਿ ਦਾਂਗੇ ਆਪਾਂ ਕਿ ਹਾਊਸ ਨੂੰ ਚੱਕ ਕੇ ਜਿੱਥੇ ਮਰਜ਼ੀ ਲੈ ਜਾਓ? ਨਹੀਂ। ਤਾਂ ਪੋਰਟੇਬਲ ਉਹ ਚੀਜ਼ ਹੁੰਦੀ ਹੈ ਜਿਹਨੂੰ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾ ਸਕੀਏ। ਇੱਕ ਇਹਦੇ ਲਈ ਬਹੁਤ ਵਧੀਆ ਵਰਡ ਦੱਸਦੀ ਹਾਂ ਤੁਹਾਨੂੰ ਮੈਂ, ਮੋਬਾਈਲ। ਆਪਣੇ ਸੈੱਲਫੋਨ ਦਾ ਨੇਮ ਮੋਬਾਈਲ ਪਤਾ ਕਿਉਂ ਹੁੰਦਾ? ਕਿਉਂਕਿ ਮੋਬਾਈਲ ਦਾ ਮਤਲਬ ਇਹ ਹੁੰਦਾ ਵੀ ਜਿਹੜੀ ਚੀਜ਼ ਮੂਵੇਬਲ ਹੈ, ਮੂਵਏਬਲ ਹੈ, ਚੱਲਣਯੋਗ ਹੈ। ਚੱਲਣਯੋਗ ਇਹ ਨਹੀਂ ਕਿ ਉਹਦੇ ਪੈਰ ਲੱਗੇ ਨੇ, ਮਤਲਬ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਲੈ ਕੇ ਜਾ ਸਕਦੇ ਹਾਂ, ਉਹਨੂੰ ਮੋਬਾਈਲ ਕਹਿੰਦੇ। ਹੁਣ ਜਿਹੜੀ ਚੀਜ਼ ਚੱਲ ਨਹੀਂ ਸਕਦੀ, ਜਿਹਨੂੰ ਆਪਾਂ ਮੂਵ ਨਹੀਂ ਕਰਾ ਸਕਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਹਦੇ ਲਈ ਵਰਡ ਆਪਾਂ ਇਮੋਬਾਈਲ ਯੂਜ਼ ਕਰਦੇ ਹਾਂ। ਹੁਣ ਮੋਬਾਈਲ ਦਾ ਇਹ ਨਾਮ ਕਿਉਂ ਹੈ ਨਾ, ਤੁਹਾਨੂੰ ਪਤਾ ਲੱਗ ਗਿਆ। ਜਿਨ੍ਹਾਂ ਨੂੰ ਨਹੀਂ ਪਤਾ ਸੀ, ਵੀਡੀਓ ਨੂੰ ਲਾਈਕ ਕਰਕੇ ਜਾਈਓ ਕਿ ਮੋਬਾਈਲ ਨੂੰ ਮੋਬਾਈਲ ਕਿਉਂ ਕਹਿੰਦੇ ਨੇ, ਠੀਕ ਹੈ? ਕਿਉਂਕਿ ਉਹ ਮੂਵੇਬਲ ਹੈ। ਓਕੇ ਆ ਜੀ। ਪੋਰਟੇਬਲ ਹੁੰਦਾ ਗਾ ਜਿਹੜਾ ਕੈਨ ਬੀ ਕੈਰੀਡ ਇਨ ਹੈਂਡ, ਹੱਥ 'ਚ ਫੜ ਕੇ ਲੈ ਕੇ ਜਾ ਸਕੀਏ, ਜਿਵੇਂ ਪੈਨ ਡਰਾਈਵ ਵਗੈਰਾ ਹੁੰਦੀਆਂ ਜਾਂ ਲੈਪਟਾਪ ਵਗੈਰਾ ਹੁੰਦਾ ਆਪਣਾ, ਠੀਕ ਹੈ? ਨੈਕਸਟ ਹੈਗਾ ਪੋਰਟੇਬਲ, ਇਹਨੂੰ ਰੈੱਡ ਕਰਨਾ ਰਹਿ ਗਿਆ। ਪੋਰਟੇਬਲ, ਹੁਣ ਦੇਖੋ ਇਹਦੇ ਵਿੱਚ ਆਰ ਲੱਗੀ ਹੈ, ਮੈਂ ਤਾਂ ਹੀ ਹਾਈਲਾਈਟ ਕੀਤਾ ਸੀ। ਇਹ ਇਕੱਲਾ ਪੋਰਟੇਬਲ ਹੈ, ਇਹ ਪੋਰਟੇਬਲ ਹੈ, ਧਿਆਨ ਰੱਖਿਓ, ਠੀਕ ਹੈ? ਇਹਨੂੰ ਪੋਰਟ ਤੋਂ ਯਾਦ ਰੱਖਿਓ। ਪੋਰਟ USB ਪੋਰਟ ਹੁੰਦੀ ਹੈ ਨਾ, ਵੀ ਉਹਨੂੰ ਵੀ ਆਪਾਂ ਇੱਕ ਜਗ੍ਹਾ ਦੂਜੀ ਜਗ੍ਹਾ ਲੈ ਕੇ ਜਾ ਸਕਦੇ ਹਾਂ, ਠੀਕ ਹੈ? ਉਹਦੀ ਲੈਪਟਾਪ ਦੀ ਹੁੰਦੀ ਹੈਗੀ। ਤਾਂ ਅੱਗੇ ਕੀ ਹੈ? ਪੋਰਟੇਬਲ ਹੁੰਦਾ ਫਿਟ ਟੂ ਡਰਿੰਕ। ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਆਇਆ। ਇਹ ਪੋਰਟੇਬਲ ਹੁੰਦਾ ਵੀ ਜਿਹੜੀ ਚੀਜ਼ ਡਰਿੰਕ ਕਰਨ ਲਈ ਸਹੀ ਹੈ, ਜਿਵੇਂ ਐਡੀਬਲ ਖਾਣ ਲਈ ਫਿੱਟ ਸੀ ਨਾ, ਵੀ ਫਿਟ ਟੂ ਈਟਨ ਸੀਗਾ। ਇਹ ਪੋਰਟੇਬਲ ਹੁੰਦਾ ਫਿਟ ਟੂ ਡਰਿੰਕ, ਜਿਹੜੀ ਪੀਣ ਲਈ ਠੀਕ ਹੈ, ਠੀਕ ਹੈ? ਤਾਂ ਜਿਵੇਂ ਜੂਸ ਵਗੈਰਾ ਹੁੰਦਾ ਆਪਣਾ, ਕੋਈ ਵੀ ਤਰੀਕੇ ਦਾ ਜੂਸ ਹੈ ਆਪਣਾ, ਮੈਂਗੋ ਜੂਸ, ਸਮਥਿੰਗ ਲਾਈਕ ਦੈਟ, ਤਾਂ ਪੋਰਟੇਬਲ ਹੈ ਫਿਟ ਟੂ ਡਰਿੰਕ, ਠੀਕ ਹੈ? ਓਕੇ ਜੀ, ਆਪਣਾ ਅੱਜ ਦੀ ਵੀਡੀਓ ਹੋ ਗਈ ਕੰਪਲੀਟ। ਆਪਾਂ ਇੱਕ ਵਾਰੀ ਫਟਾਫਟ ਸਮ ਅਪ ਕਰ ਲੈਂਦੇ ਹਾਂ। ਫਸਟ ਵਰਡ ਕੀਤਾ ਆਪਾਂ ਫੌਨਾ। ਫੌਨਾ ਕਿਸੇ ਪਰਟੀਕੂਲਰ ਰੀਜਨ ਦੇ ਵਿੱਚ ਪਾਏ ਜਾਣ ਵਾਲੇ ਐਨੀਮਲਸ। ਫਲੋਰਾ ਪਰਟੀਕੂਲਰ ਰੀਜਨ ਦੇ ਵਿੱਚ ਪਾਏ ਜਾਣ ਵਾਲੇ ਫਲਾਵਰਸ। ਫਰੈਗਾਈਲ ਜਿਹੜਾ ਈਜ਼ੀਲੀ ਟੁੱਟ ਜੇ। ਗ੍ਰੀਗੇਰੀਅਸ ਹੁੰਦਾ ਘੁਲਣ ਮਿਲਣ ਵਾਲਾ, ਮਤਲਬ ਫਰੈਂਡਲੀ ਪਰਸਨ ਕੋਈ ਵੀ। ਐਲੀਜੀਬਲ ਹੁੰਦਾ ਜਿਹੜਾ ਪੜ੍ਹ ਸਕੇ ਕਿਸੇ ਵੀ ਚੀਜ਼ ਨੂੰ। ਇਨਅਸੈਸੀਬਲ ਜਿਹਦੇ ਤੱਕ ਪਹੁੰਚ ਨਾ ਕੀਤੀ ਜਾ ਸਕੇ। ਨੈਕਸਟ ਹੈਗਾ ਇਨਪ੍ਰੈਕਟੀਕੇਬਲ, ਜਿਹੜੀ ਚੀਜ਼ ਪ੍ਰੈਕਟਿਸ ਦੇ ਵਿੱਚ ਨਹੀਂ ਲਿਆਈ ਜਾ ਸਕਦੀ। ਇਨऑਡੀਬਲ, ਜਿਹਨੂੰ ਸੁਣਿਆ ਨਹੀਂ ਜਾ ਸਕਦਾ। ਇਨਕੋਰੇਜੀਬਲ, ਜਿਹਨੂੰ ਕਰੈਕਟ ਨਹੀਂ ਕੀਤਾ ਜਾ ਸਕਦਾ। ਨੈਕਸਟ, ਜਿਹਨੂੰ ਰਿਪੇਅਰ ਨਹੀਂ ਕੀਤਾ ਜਾ ਸਕਦਾ। ਨੈਕਸਟ ਇਨਡੈਲੀਬਲ ਦਾ ਮਤਲਬ ਜਿਹੜਾ ਮਾਰਕ ਇਰੇਜ਼ ਨਹੀਂ ਕੀਤਾ ਜਾ ਸਕਦਾ। ਇਨਫੈਲੀਏਬਲ ਮਤਲਬ ਜਿਹੜਾ ਫ੍ਰੀ ਹੈ ਮਿਸਟੇਕਸ ਵਗੈਰਾ ਤੋਂ। ਇਨਐਡੀਬਲ ਜਿਹੜਾ ਕਿ ਫਿਟ ਨਹੀਂ ਹੈਗਾ ਖਾਣ ਦੇ ਲਈ, ਠੀਕ ਹੈ? ਇਨਫਲੇਮੇਬਲ ਦਾ ਮਤਲਬ ਕੀ ਹੁੰਦਾ ਹੈਗਾ? ਜਿਹੜਾ ਈਜ਼ੀਲੀ ਕੈਚ ਕਰ ਜੇ ਫਾਇਰ। ਇਨਐਵਿਟੇਬਲ, ਜਿਹਨੂੰ ਕਿ ਅਵੋਇਡ ਨਹੀਂ ਕੀਤਾ ਜਾ ਸਕਦਾ। ਇੰਡਿਸਪੈਂਸਿਬਲ, ਜਿਹਨੂੰ ਮਤਲਬ ਸੈਪਰੇਟ ਨਹੀਂ ਕੀਤਾ ਜਾ ਸਕਦਾ। ਇੰਟੈਲੀਜਨਮ ਦਾ ਮਤਲਬ 2 ਗਵਰਨਮੈਂਟਸ ਦੇ ਵਿੱਚ ਦੇ ਟਾਈਮ ਪੀਰੀਅਡ ਦੀ ਗੱਲ ਹੁੰਦੀ ਹੈ। ਇੰਟੈਲੀਜੇਬਲ, ਜਿਹੜਾ ਸਭ ਕੁਝ ਸਮਝਦਾ। ਲਿਊਨਰ, ਮੂਨ ਲਈ। ਮੈਡਾਨ, ਫਸਟ ਸਪੀਚ। ਮੈਮਲ, ਜਿਹੜਾ ਮਿਲਕ ਦਿੰਦਾ ਹੈ। ਮੈਨੂਸਕ੍ਰਿਪਟ, ਹੱਥ ਲਿਖਤ ਜੋ ਵੀ ਸਕ੍ਰਿਪਟ ਹੋਵੇ। ਨੋਸਟੈਲਜੀਆ, ਪਾਸਟ ਦੇ ਮੂਮੈਂਟਸ ਹੁੰਦੇ ਜਦੋਂ ਆਪਾਂ ਯਾਦ ਕਰਦੇ ਹਾਂ। ਓਮਨੀ ਪ੍ਰੈਜ਼ੈਂਟ, ਹਰ ਥਾਂ ਮੌਜੂਦ ਹੈ। ਓਮਨੀਪੋਟੈਂਟ, ਜਿਹਦੀ ਸਾਰੀ ਪਾਵਰ ਹੈ। ਓਮਨੀਸੀਐਂਟ, ਜਿਹੜਾ ਸਭ ਕੁਝ ਜਾਣਦਾ ਹੈ ਨਾ। ਪੈਰੇਬਲ ਮਤਲਬ ਸ਼ਾਰਟ ਸਟੋਰੀ ਵਿਦ ਦ ਮੋਰਲ। ਪੈਰੋਲ ਦਾ ਮਤਲਬ ਕੀ ਹੁੰਦਾ? ਜਿਹੜਾ ਪ੍ਰਿਜ਼ਨਰ ਉਹ ਵਾਅਦਾ ਕਰਕੇ ਆਉਂਦਾ। ਮੈਨਾਸ਼ੀਆ ਮਤਲਬ ਕਿਊਰ ਫॉर ਆਲ, ਸਾਰੀਆਂ ਬਿਮਾਰੀਆਂ ਦਾ ਇਲਾਜ। ਪਲੈਗਰਿਜ਼ਮ ਲਿਟਰੇਰੀ ਥੈਫਟ ਨੂੰ ਕਹਿੰਦੇ ਆ। ਪਲੈਟੋਨਿਕ ਦਾ ਮਤਲਬ ਹੁੰਦਾ ਕੁਝ ਸਪਿਰਿਚੁਅਲ ਜਿਹੜਾ ਲਵ ਦੇ ਰਿਲੇਟਡ ਹੋਵੇ। ਪੋਰਟੇਬਲ, ਇੱਕ ਜਗ੍ਹਾ ਤੋਂ ਆਪਾਂ ਦੂਜੀ ਜਗ੍ਹਾ ਲੈ ਕੇ ਜਾ ਸਕਦੇ ਹਾਂ। ਤੇ ਪੋਰਟੇਬਲ ਕੀ ਸੀਗਾ? ਜਿਹੜਾ ਫਿਟ ਟੂ ਡਰਿੰਕ ਹੈ, ਠੀਕ ਹੈ ਜੀ? ਇਹਨੂੰ ਨੋਟ ਕਰਦੇ ਜਾਈਓ ਤਾਂ ਹੀ ਯਾਦ ਰਹਿਣਗੇ, ਠੀਕ ਹੈ? ਤੇ ਅੱਜ ਆਪਾਂ ਸ਼ਾਮ ਨੂੰ 9 o'clock ਈਵਨਿੰਗ ਤੇ ਮੈਂ ਤੁਹਾਨੂੰ ਅਪਲੋਡ ਕਰ ਦੂੰਗੀ ਕੁਝ ਕੁਐਸਚਨਸ ਜਿਹੜੇ ਕਿ ਜੀਕੇ ਜਿੰਨੀ ਵੀ ਆਪਾਂ ਹੁਣ ਤੱਕ ਪੜ੍ਹ ਲਈ, ਤੇ 1 ਵਰਡ ਸਬਸਟੀਟਿਊਸ਼ਨ ਜਾਂ ਇੰਗਲਿਸ਼ ਵੋਕੈਬ ਦਾ ਜੋ ਵੀ ਹੈ, ਠੀਕ ਹੈ? ਤੇ ਉਹ ਤੁਸੀਂ ਆਪਣੇ ਆਪ ਆਨਸਰ ਕਰ ਦਿਓ। ਪੋਲ ਦੀ ਫਾਰਮ ਦੇ ਵਿੱਚ ਪਾ ਦੂੰਗੀ ਮੈਂ ਗਰੁੱਪ ਦੇ ਵਿੱਚ। ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਜੁਆਇਨ ਨਹੀਂ ਕੀਤਾ ਹੈਗਾ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ, ਸਬਸਕ੍ਰਾਈਬ ਕਰ ਦਿਓ ਤੇ ਲਾਈਕ ਕਰ ਦਿਓ ਜੀ, ਅਗਰ ਯਾਦ ਕਰਨ ਦੇ ਵਿੱਚ ਵੀ ਕੁਝ ਹੈਲਪਫੁਲ ਹੁੰਦੀਆਂ ਵੀਡੀਓਜ਼। ਥੈਂਕਸ ਫॉर ਵਾਚਿੰਗ ਦਿਸ ਵੀਡੀਓ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।